ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਇਸ ਵੇਲੇ ਸਾਰੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਭਗਵੰਤ ਦੇ ਹੱਥ ਕੁਝ ਨਹੀਂ ਹੈਗਾ, ਭਗਵੰਤ ਇੱਕ ਰਬੜ ਦੀ ਸਟੈਂਪ ਬਣ ਕੇ ਬਹਿ ਗਿਆ ਇਸ ਵੇਲੇ। ਮੁੱਖ ਮੰਤਰੀ ਸਾਹਿਬ ਆਪਣੇ ਕੈਬਨਿਟ ਮੰਤਰੀ ਆਪਣੇ ਐਮਐਲਏ ਤੇ ਕਾਰਵਾਈ ਕਰ ਸਕਣਗੇ ਜਿਨ੍ਹਾਂ ਨੂੰ ਇਹ ਅਧਿਕਾਰ ਵੀ ਨਹੀਂ ਹੈ ਕਿ ਆਪਣੇ ਸੂਬੇ ਦੇ ਫੈਸਲੇ ਆਪ ਲੈਣੇ ਆ। ਵੀ ਸਰਕਾਰ ਤਾਂ ਚੈੱਕ ਕਰ ਰਹੀ ਵੀ ਕੋਈ ਕਰਪਸ਼ਨ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਉੱਤੇ ਕਾਰਵਾਈ ਕਰ ਰਹੀ ਹੈ। ਜੇ ਸਰਕਾਰ ਕਰਪਸ਼ਨ ਕਰੇ ਕਿ ਤਾਂ ਕਿ ਲੋਕਾਂ ਨੂੰ ਵੀ ਲੋਕਾਂ ਦੇ ਅਧਿਕਾਰ ਪਤਾ। ਸੰਯੁਕਤ ਸਮਾਜ ਮੋਰਚਾ ਕਹਿੰਦਾ ਕਿ ਸਿਰਫ ਲੋਕਾਂ ਤੇ ਕਾਰਵਾਈ ਕਿਉਂ ਹੋਵੇ, ਜੇ ਸਰਕਾਰ ਕੋਈ ਧਾਂਦਲੀ ਕਰਦੀ ਆ ਤਾਂ ਆਹ ਫਾਰਮ ਹੈਗਾ, ਇਸ ਫਾਰਮ ਦੇ ਜ਼ਰੀਏ ਤੁਸੀਂ ਸਰਕਾਰ ਦੀ ਜਵਾਬਦੇਹੀ ਤੈਅ ਕਰ ਸਕਦੇ ਹੋ। ਇਹ ਕੰਪਲੇਂਟ ਫਾਰਮੈਟ ਹੈ ਵੀ ਕੰਪਲੇਂਟ ਕਿਵੇਂ ਤਿਆਰ ਕਰਨੀ ਹੈ। ਐਫੀਡੇਵਿਟ ਬਣਾ ਕੇ ਨੋਟਰਾਈਜ਼ ਕਰਾ ਕੇ ਤੇ ਨਾਲ 1000 ਰੁਪਏ ਦਾ ਡਰਾਫਟ ਪੰਜਾਬ ਲੋਕਪਾਲ ਪੰਜਾਬ ਦੇ ਨਾਂ ਤੇ ਫੇਵੀਲੈਟ ਚੰਡੀਗੜ੍ਹ ਕਰਕੇ ਤੁਸੀਂ ਇੱਥੇ ਡਾਕੂਮੈਂਟਰੀ ਐਵੀਡੈਂਸ ਲਾ ਕੇ ਇਹਨਾਂ ਨੂੰ ਦੇਣਾ ਹੈ। ਤੇ ਇਹ ਫਿਰ ਜੇ ਤੁਹਾਡੀ ਕੰਪਲੇਂਟ ਬਣਦੀ ਹੋਏਗੀ ਕੰਸਰਨਡ ਕਿਸੇ ਐਮਐਲਏ ਦੇ ਖਿਲਾਫ, ਕਿਸੇ ਇਲੈਕਟਿਡ ਪਬਲਿਕ ਰਿਪਰੈਜ਼ੈਂਟੇਟਿਵ ਦੇ ਖਿਲਾਫ, ਤੇ ਫਿਰ ਇਹ ਡੀਜੀਪੀ ਪੰਜਾਬ ਹੋ ਗਿਆ ਕੰਸਰਨ ਡਿਪਾਰਟਮੈਂਟ ਉਹਨਾਂ ਨੂੰ ਫਾਰਵਰਡ ਕਰਨਗੇ ਤਾਂ ਕਿ ਉਹਨਾਂ ਤੇ ਐਕਸ਼ਨ ਲਿੱਤਾ ਜਾਵੇ। ਜੇ ਇੰਪਲਾਈ ਤਬਕੇ ਨੇ ਵੋਟ ਪਾਈ ਹੈ, ਜਦ ਇੰਪਲਾਈ ਤਬਕੇ ਜਿਹਨੇ ਵੋਟ ਪਾਈ ਹੈ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਰਪਸ਼ਨ ਦੇ ਦਾਇਰੇ 'ਚ ਲਿਆਂਦਾ ਜਾ ਰਿਹਾ ਹੈ ਤੇ ਉਹਨਾਂ ਦੇ ਖਿਲਾਫ ਕੰਪਲੇਂਟ ਹੋਣੀ ਤਾਂ WhatsApp ਨੰਬਰ ਜਾਰੀ ਹੋ ਗਿਆ, ਫ੍ਰੀ 'ਚ ਹੋਣੀ ਹੈ। ਜਿਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਗਿਆ ਜਦ ਉਹਨਾਂ ਖਿਲਾਫ ਕੰਪਲੇਂਟ ਜਾਣੀ ਤਾਂ 1000 ਰੁਪਏ ਦਾ ਡਰਾਫਟ ਦਿਓ। ਕੱਲੀ ਥੱਲੜੇ ਅਧਾਰਿਆਂ ਤੇ ਨਹੀਂ, ਉੱਪਰਲੇ ਲੈਵਲ ਤੇ ਵੀ, ਕਿਉਂਕਿ ਕਰਪਸ਼ਨ ਜਿਹੜੀ ਸ਼ੁਰੂ ਹੁੰਦੀ ਹੈ ਉਹ ਜਿਹੜੀ ਸਾਂਝੇਦਾਰੀ ਹੁੰਦੀ ਹੈ ਉਹ ਬੜੇ ਜਿਹੜੇ ਲੀਡਰ ਨੇ, ਲੀਡਰਾਂ ਨਾਲ ਸਾਂਝੇਦਾਰੀ ਕਰਕੇ ਕਰਪਸ਼ਨ ਹੁੰਦੀ ਹੈ। ਤੇ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਐਮਐਲਏ ਦੇ ਖਿਲਾਫ ਕੰਪਲੇਂਟ ਮੁੱਖ ਮੰਤਰੀ ਸਾਹਿਬ ਨੂੰ ਜਾਊਗੀ ਉਸ ਤੇ ਐਕਸ਼ਨ ਲੈ ਸਕਦੇ ਨੇ? ਉਹ ਤਾਂ ਦਿੱਲੀ ਵਾਲਿਆਂ ਦੀ ਮਰਜ਼ੀ ਹੈ ਨਾ, ਉਹ ਤੇ ਐਕਸ਼ਨ ਲੈਣ ਨਾ ਲੈਣ। ਤਾਂ ਘੱਟੋ ਘੱਟ ਜੇ ਲੋਕਪਾਲ ਕੋਲ ਜਾਊਗੀ ਉਹ ਕਿਤੇ ਫਾਰਵਰਡ ਤਾਂ ਹੋਊਗੀ, ਰਿਕਮੈਂਡ ਤਾਂ ਹੋਊਗੀ, ਲੋਕਾਂ ਦੇ ਨਿਗਾਹ 'ਚ, ਸਾਡੇ ਨਿਗਾਹ 'ਚ ਤਾਂ ਆਊਗੀ। ਅਸੀਂ ਲੋਕਾਂ ਅੱਗੇ ਰੱਖਣ ਜੋਗੇ ਤਾਂ ਹੋਵਾਂਗੇ ਕਿ ਭਾਈ ਫਲਾਣਾ ਬੰਦਾ ਕਰਪਸ਼ਨ ਕਰ ਗਿਆ ਇਹਨਾਂ ਦਾ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਤੁਹਾਡੇ ਧਿਆਨ ਦੇ ਵਿੱਚ ਹੋਣਾ ਦੋਸਤੋ, ਪਿਛਲੇ ਦਿਨਾਂ ਦੇ ਵਿੱਚ ਭਗਵੰਤ ਸਰਕਾਰ ਨੇ ਇੱਕ ਟੋਲ ਫ੍ਰੀ ਨੰਬਰ ਜਾਰੀ ਕਰਕੇ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜੇ ਕਿਸੇ ਨੇ ਵੀ ਕੋਈ ਸ਼ਿਕਾਇਤ ਕਰਨੀ ਹੈਗੀ ਆ ਤਾਂ ਇਸ ਨੰਬਰ ਦੇ ਜ਼ਰੀਏ ਸ਼ਿਕਾਇਤ ਕਰੋ, ਵੀਡੀਓ ਭੇਜੋ, ਕਾਰਵਾਈ ਅਸੀਂ ਕਰਾਂਗੇ। ਪਰ ਨਾਲ ਦੀ ਨਾਲ ਸੰਯੁਕਤ ਸਮਾਜ ਮੋਰਚਾ ਕਹਿੰਦਾ ਕਿ ਸਿਰਫ ਲੋਕਾਂ ਤੇ ਕਾਰਵਾਈ ਕਿਉਂ ਹੋਵੇ, ਜੇ ਸਰਕਾਰ ਕੋਈ ਧਾਂਦਲੀ ਕਰਦੀ ਆ ਤਾਂ ਆਹ ਫਾਰਮ ਹੈਗਾ, ਇਸ ਫਾਰਮ ਦੇ ਜ਼ਰੀਏ ਤੁਸੀਂ ਸਰਕਾਰ ਦੀ ਜਵਾਬਦੇਹੀ ਤੈਅ ਕਰ ਸਕਦੇ ਹੋ। ਇਸ ਬਾਬਤ ਜ਼ਿਆਦਾ ਗੱਲਬਾਤ ਕਰਕੇ ਸਮਝਣੀ ਹੈ ਅਸੀਂ, ਸਾਡੇ ਨਾਲ ਉਚੇਚੇ ਤੌਰ ਤੇ ਅੱਜ ਐਡਵੋਕੇਟ ਸਾਹਿਬ ਬੈਠੇ ਨੇ ਗੱਲਬਾਤ ਕਰਕੇ, ਕਿਉਂਕਿ ਲੰਮਾ ਸਮਾਂ ਹੋ ਗਿਆ ਹੈ, ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਐਡਵੋਕੇਟ ਵਾਲੀਆ ਸਾਹਿਬ ਨੇ। ਵਾਲੀਆ ਸਾਹਿਬ, ਇਹ ਜਿਹੜਾ ਫਾਰਮ ਤੁਸੀਂ ਲੈ ਕੇ ਆਏ ਹੋ ਲੋਕਾਂ ਦੀ ਕਚਹਿਰੀ ਦੇ ਵਿੱਚ, ਇਹ ਫਾਰਮ ਹੈ ਕੀ ਤੇ ਇਹਦੇ ਨਾਲ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਜਵਾਬਦੇਹੀ ਹੈ ਜਿਹੜੀ ਉਹ ਤੈਅ ਕੀਤੀ ਜਾ ਸਕਦੀ ਹੈ? ਦੇਖੋ, ਸੰਯੁਕਤ ਸਮਾਜ ਮੋਰਚੇ ਨੇ ਅੱਜ ਇੱਕ ਮੁਹਿੰਮ ਜਿਹੜੀ ਸੀਐਮ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤੀ ਸੀਗੀ ਫੋਨ ਨੰਬਰ ਵਾਲੀ, ਜਿਹੜੀ ਰੈਗੂਲਰ ਐਡਸ ਵੀ ਆ ਰਹੀਆਂ ਨੇ ਟੀਵੀ ਚੈਨਲਾਂ ਤੇ ਉਹ ਲੋਕਾਂ ਵਾਸਤੇ, ਜੇ ਕੋਈ ਲੋਕਾਂ 'ਚੋਂ ਕੋਈ ਕਰਪਸ਼ਨ, ਕੋਈ ਸਰਕਾਰੀ ਨੁਮਾਇੰਦਾ ਕਰਪਸ਼ਨ ਕਰਦਾ ਹੈ ਤੇ ਉਹਦੇ ਰਿਲੇਟਿਡ ਸੀਗੀ। ਤੇ ਮੈਂ ਵੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦਾ ਸੀਗਾ ਵੀ ਐਟਲੀਸਟ ਸਾਡੇ ਮੋਰਚੇ ਵੱਲੋਂ, ਸੰਯੁਕਤ ਸਮਾਜ ਮੋਰਚੇ ਵੱਲੋਂ ਇਨੀਸ਼ੀਏਟਿਵ ਲਿਆ ਜਾ ਰਿਹਾ ਇਹ, ਕਿ ਤਾਂ ਕਿ ਲੋਕਾਂ ਨੂੰ ਵੀ ਲੋਕਾਂ ਦੇ ਅਧਿਕਾਰ ਪਤਾ ਹੋਣ। ਵੀ ਸਰਕਾਰ ਤਾਂ ਚੈੱਕ ਕਰ ਰਹੀ ਵੀ ਕੋਈ ਕਰਪਸ਼ਨ ਕਰ ਰਿਹਾ ਕਿ ਨਹੀਂ ਕਰ ਰਿਹਾ ਤੇ ਉੱਤੇ ਕਾਰਵਾਈ ਕਰ ਰਹੀ ਹੈ। ਜੇ ਸਰਕਾਰ ਕਰਪਸ਼ਨ ਕਰੇ ਫਿਰ ਕੌਣ ਕਰੂ, ਫਿਰ ਉਸ ਕਾਰਵਾਈ ਕੌਣ ਕਰੂਗਾ? ਤੇ ਇਹ ਲੋਕਪਾਲ, ਵੈਸੇ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਲੋਕਪਾਲ ਅਤੇ ਜਿਹੜਾ ਐਂਟੀ ਕਰਪਸ਼ਨ ਮੂਵਮੈਂਟ ਤੋਂ ਨਿਕਲੀ ਹੋਈ ਹੈ ਤੇ ਲੋਕਪਾਲ ਤੇ ਪਹਿਰਾ ਦੇਣ ਵਾਲੀ ਹੈ। ਨੋ ਡਾਊਟ ਕਿ ਦਿੱਲੀ 'ਚ ਹਜੇ ਲੋਕਪਾਲ ਦਾ ਕੀ ਹਾਲ ਹੈ ਪਤਾ ਨਹੀਂ ਹੈ, ਤੇ ਪਰ ਪੰਜਾਬ 'ਚ ਆਲਰੇਡੀ ਲੋਕਪਾਲ ਨਿਯੁਕਤ ਹੈ। ਸਰਕਾਰ ਨੂੰ ਪਹਿਲ ਕਦਮ ਕਰਨੀ ਚਾਹੀਦੀ ਸੀਗੀ ਕਿ ਲੋਕਪਾਲ ਦਾ ਈਮੇਲ ਆਈਡੀ ਦੇਣਾ ਚਾਹੀਦਾ ਸੀਗਾ ਕਿ ਵੀ ਪਹਿਲਾਂ ਜੇ ਸਰਕਾਰ ਕਿਤੇ ਕਰਪਸ਼ਨ ਕਰਦੀ ਹੈ, ਕਿਉਂਕਿ ਲੋਕਪਾਲ ਦੇ ਅਧਿਕਾਰ ਖੇਤਰ 'ਚ ਆਉਂਦਾ ਕੋਈ ਪਬਲਿਕ ਰਿਪਰੈਜ਼ੈਂਟੇਟਿਵ, ਇਲੈਕਟਿਡ ਪਬਲਿਕ ਰਿਪਰੈਜ਼ੈਂਟੇਟਿਵ, ਸਰਕਾਰ ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ, ਚਾਹੇ ਉਹ ਮਿਊਨਿਸਪਲ ਕਾਉਂਸਲਰ ਹੈ, ਚਾਹੇ ਉਹ ਮਿਊਨਿਸਪਲ ਪ੍ਰੈਜ਼ੀਡੈਂਟ ਹੈ, ਚਾਹੇ ਮਿਊਨਿਸਪਲ ਕਮਿਸ਼ਨਰ ਹੈ, ਚਾਹੇ ਉਹ ਐਮਐਲਏ ਹੈ, ਚਾਹੇ ਉਹ ਕੈਬਨਿਟ ਮੰਤਰੀ ਹੈ, ਚਾਹੇ ਉਹ ਮੁੱਖ ਮੰਤਰੀ ਹੈ। ਮੁੱਖ ਮੰਤਰੀ ਵੀ ਲੋਕਪਾਲ ਦੇ ਦਾਇਰੇ 'ਚ ਆਉਂਦੇ ਆ। ਤੇ ਜੇ ਕਿਤੇ ਉਹ ਕਿਤੇ ਕਬਜ਼ੇ ਕਰਦੇ ਨੇ, ਕਿਤੇ ਕਰਪਸ਼ਨ ਕਰਦੇ ਨੇ, ਕੋਈ ਡਾਕੂਮੈਂਟਰੀ ਐਵੀਡੈਂਸ ਹੈਗੀ ਹੈ ਜਾਂ ਕੋਈ ਤੁਹਾਨੂੰ ਥ੍ਰੈਟ ਕਰਦੇ ਨੇ, ਤੁਸੀਂ ਉਹ ਕੰਪਲੇਂਟਾਂ ਜਿਹੜੀਆਂ ਹੈਗੀਆਂ, ਇਹ ਫਾਰਮ ਏ ਹੈਗਾ, ਫਾਰਮ ਏ ਹੈਗਾ ਕੰਪਲੇਂਟ। ਇਹ ਕੰਪਲੇਂਟ ਫਾਰਮੈਟ ਹੈ ਵੀ ਕੰਪਲੇਂਟ ਕਿਵੇਂ ਤਿਆਰ ਕਰਨੀ ਹੈ। ਤੇ ਇਹ ਮੈਂ ਤੁਹਾਨੂੰ PDF ਫਾਈਲਾਂ ਵੀ ਸਭ ਨੂੰ ਭੇਜ ਦੂੰਗਾ। ਤੇ ਇਹ ਕੰਪਲੇਂਟ ਫਾਰਮ ਹੈ। ਤੇ ਦੂਜਾ ਹੈਗਾ ਫਾਰਮ B, ਇਹ ਪੂਰਾ ਕੰਪਲੇਂਟ ਫਾਰਮ ਹੈ। ਤੇ ਦੂਜਾ ਹੈਗਾ ਫਾਰਮ B, ਫਾਰਮ B ਹੈਗਾ ਐਫੀਡੇਵਿਟ, ਵੀ ਜਿਹੜੀ ਤੁਸੀਂ ਕੰਪਲੇਂਟ ਦਿੱਤੀ ਉਹ ਸੱਚੀ ਹੈ। ਇਹਨੂੰ 3 ਰੁਪਏ ਦਾ, ਵੈਸੇ ਹੈ 3 ਰੁਪਏ 5 ਰੁਪਏ ਦਾ ਕੋਈ ਵੀ ਸਟਾਂਪ ਲੈ ਕੇ ਐਫੀਡੇਵਿਟ ਬਣਾ ਕੇ ਨੋਟਰਾਈਜ਼ ਕਰਾ ਕੇ ਤੇ ਨਾਲ 1000 ਰੁਪਏ ਦਾ ਡਰਾਫਟ ਪੰਜਾਬ
ਲੋਕਪਾਲ ਪੰਜਾਬ ਦੇ ਨਾਂ ਤੇ ਪੇਵੀਲੈਟ ਚੰਡੀਗੜ੍ਹ ਕਰਕੇ ਤੁਸੀਂ ਇੱਥੇ ਡਾਕੂਮੈਂਟਰੀ ਐਵੀਡੈਂਸ ਲਾ ਕੇ ਇਹਨਾਂ ਨੂੰ ਦੇਣਾ ਹੈ। ਤੇ ਇਹ ਫਿਰ ਜੇ ਤੁਹਾਡੀ ਕੰਪਲੇਂਟ ਬਣਦੀ ਹੋਏਗੀ ਕੰਸਰਨਡ ਕਿਸੇ ਐਮਐਲਏ ਦੇ ਖਿਲਾਫ, ਕਿਸੇ ਇਲੈਕਟਿਡ ਪਬਲਿਕ ਰਿਪਰੈਜ਼ੈਂਟੇਟਿਵ ਦੇ ਖਿਲਾਫ, ਤੇ ਫਿਰ ਇਹ ਡੀਜੀਪੀ ਪੰਜਾਬ ਹੋ ਗਿਆ ਕੰਸਰਨ ਡਿਪਾਰਟਮੈਂਟ ਉਹਨਾਂ ਨੂੰ ਫਾਰਵਰਡ ਕਰਨਗੇ ਤਾਂ ਕਿ ਉਹਨਾਂ ਤੇ ਐਕਸ਼ਨ ਲਿੱਤਾ ਜਾ ਸਕੇ। ਸੋ ਇਹ ਅਧਿਕਾਰ ਲੋਕਾਂ ਕੋਲ ਵੀ ਹੈ, ਪਰ ਨਾਲ ਹੀ ਮੇਰੀ ਇੱਕ ਡਿਮਾਂਡ ਵੀ ਜੋ ਹੈ, ਮੰਗ ਵੀ ਹੈ, ਉਹ ਇਹ ਹੈ ਕਿ ਜਦੋਂ ਲੋਕਾਂ ਦੇ ਖਿਲਾਫ ਕੰਪਲੇਂਟ ਕਰਨੀ ਹੈ, ਜਿਹੜੇ ਵੋਟਰ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ, ਚਾਹੇ ਇੰਪਲਾਈ ਤਬਕੇ ਨੇ ਵੋਟ ਪਾਈ ਹੈ, ਜਦ ਇੰਪਲਾਈ ਤਬਕੇ ਜਿਹਨੇ ਵੋਟ ਪਾਈ ਹੈ ਉਹਨਾਂ ਦੇ ਖਿਲਾਫ ਉਹਨਾਂ ਨੂੰ ਕਰਪਸ਼ਨ ਦੇ ਦਾਇਰੇ 'ਚ ਲਿਆਂਦਾ ਜਾ ਰਿਹਾ ਹੈ ਤੇ ਉਹਨਾਂ ਦੇ ਖਿਲਾਫ ਕੰਪਲੇਂਟ ਹੋਣੀ ਤਾਂ WhatsApp ਨੰਬਰ ਜਾਰੀ ਹੋ ਗਿਆ, ਫ੍ਰੀ 'ਚ ਹੋਣੀ ਹੈ। ਜਿਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਗਿਆ ਜਦ ਉਹਨਾਂ ਖਿਲਾਫ ਕੰਪਲੇਂਟ ਜਾਣੀ ਤਾਂ 1000 ਰੁਪਏ ਦਾ ਡਰਾਫਟ ਦਿਓ ਜੀ। ਇਹ ਮੈਨੂੰ ਲੱਗਦਾ ਸਰਕਾਰ ਨੂੰ ਐਗਜ਼ੈਂਪਟ ਕਰਨਾ ਚਾਹੀਦਾ ਹੈ। ਲੋਕਾਂ ਨੂੰ ਫ੍ਰੀ ਆਫ ਕਾਸਟ ਕੰਪਲੇਂਟਾਂ ਫਾਈਲ ਕਰਨ ਵਾਸਤੇ ਮੋਟੀਵੇਟ ਕਰਨਾ ਚਾਹੀਦਾ ਉਲਟਾ, ਤਾਂ ਕਿ ਕੱਲੀ ਥੱਲੜੇ ਅਦਾਰਿਆਂ ਤੇ ਨਹੀਂ, ਉੱਪਰਲੇ ਲੈਵਲ ਤੇ ਵੀ, ਕਿਉਂਕਿ ਕਰਪਸ਼ਨ ਜਿਹੜੀ ਸ਼ੁਰੂ ਹੁੰਦੀ ਹੈ, ਉਹ ਜਿਹੜੀ ਸਾਂਝੇਦਾਰੀ ਹੁੰਦੀ ਹੈ, ਉਹ ਬੜੇ ਜਿਹੜੇ ਲੀਡਰ ਨੇ, ਲੀਡਰਾਂ ਨਾਲ ਸਾਂਝੇਦਾਰੀ ਕਰਕੇ ਕਰਪਸ਼ਨ ਹੁੰਦੀ ਹੈ। ਤੇ ਜੇ ਲੀਡਰਾਂ ਨੂੰ ਹੀ ਨੱਥ ਪਾਈ ਜਾਊਗੀ ਤਾਂ ਥੱਲੇ ਕਰਪਸ਼ਨ ਹੋਊਗੀ ਨਹੀਂ। ਪਰ ਭਗਵੰਤ ਹੁਣੀ ਕਹਿੰਦੇ ਕਿ ਕਿਸੇ ਖਿਲਾਫ ਵੀ ਹੋ ਸਕਦੀ ਹੈ ਕੰਪਲੇਂਟ, ਮੰਤਰੀ ਖਿਲਾਫ ਵੀ ਹੋ ਸਕਦੀ ਹੈ, ਵਿਧਾਇਕ ਖਿਲਾਫ ਵੀ ਹੋ ਸਕਦੀ ਹੈ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਸੰਭਵ ਹੈਗਾ? ਉਸ ਤੋਂ ਬਾਅਦ ਪ੍ਰੂਫ ਦੇਣਾ, ਤੁਹਾਨੂੰ ਲੱਗਦਾ ਕਿ ਪ੍ਰੂਫ ਦੇਣ ਦੇ ਵਿੱਚ ਦਿੱਕਤ ਆ ਜੂਗੀ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਹੋ ਕਿ ਆਹ ਫਾਰਮ ਭਰਨਾ? ਦੇਖੋ, ਜਿਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਚੀਫ ਸੈਕਟਰੀ, ਤੁਹਾਨੂੰ ਮੈਂ ਪੜ੍ਹਿਆ ਸੀ ਅਖਬਾਰਾਂ 'ਚ, ਚੀਫ ਸੈਕਟਰੀ ਸਾਹਿਬ ਤੇ ਕੁਛ ਬਿਜਲੀ ਬੋਰਡ ਦੇ ਨੁਮਾਇੰਦੇ ਦਿੱਲੀ ਮੁੱਖ ਮੰਤਰੀ ਸਾਹਿਬ ਦੀ ਕੋਠੀ ਜਾ ਕੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਆਏ, ਜਿਸ 'ਚ ਸੀਐਮ ਸਾਹਿਬ, ਪੰਜਾਬ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਇਨਵਾਈਟਡ ਨਹੀਂ ਸੀਗੇ। ਤੇ ਤੁਹਾਨੂੰ ਲੱਗਦਾ ਹੈ ਕਿ ਜੇ ਕੋਈ ਐਮਐਲਏ ਦੇ ਖਿਲਾਫ ਕੰਪਲੇਂਟ ਮੁੱਖ ਮੰਤਰੀ ਸਾਹਿਬ ਨੂੰ ਜਾਊਗੀ, ਉਸ ਤੇ ਐਕਸ਼ਨ ਲੈ ਸਕਦੇ ਨੇ? ਉਹ ਤਾਂ ਦਿੱਲੀ ਵਾਲਿਆਂ ਦੀ ਮਰਜ਼ੀ ਹੈ ਨਾ, ਉਹ ਤੇ ਐਕਸ਼ਨ ਲੈਣ ਨਾ ਲੈਣ। ਤਾਂ ਘੱਟੋ ਘੱਟ ਜੇ ਲੋਕਪਾਲ ਕੋਲ ਜਾਊਗੀ, ਉਹ ਕਿਤੇ ਫਾਰਵਰਡ ਤਾਂ ਹੋਊਗੀ, ਰਿਕਮੈਂਡ ਤਾਂ ਹੋਊਗੀ, ਲੋਕਾਂ ਦੇ ਨਿਗਾਹ 'ਚ, ਸਾਡੇ ਨਿਗਾਹ 'ਚ ਤਾਂ ਆਊਗੀ। ਅਸੀਂ ਲੋਕਾਂ ਅੱਗੇ ਰੱਖਣ ਜੋਗੇ ਤਾਂ ਹੋਵਾਂਗੇ ਵੀ ਭਾਈ ਫਲਾਣਾ ਬੰਦਾ ਕਰਪਸ਼ਨ ਕਰ ਗਿਆ ਇਹਨਾਂ ਦਾ। ਸੋ ਮੁੱਖ ਮੰਤਰੀ ਸਾਹਿਬ, ਆਪਣੇ ਕੈਬਨਿਟ ਮੰਤਰੀ ਆਪਣੇ ਐਮਐਲਏ ਤੇ ਕਾਰਵਾਈ ਕਰ ਸਕਣਗੇ ਜਿਨ੍ਹਾਂ ਨੂੰ ਇਹ ਅਧਿਕਾਰ ਵੀ ਨਹੀਂ ਹੈ ਕਿ ਆਪਣੇ ਸੂਬੇ ਦੇ ਫੈਸਲੇ ਆਪ ਲੈਣੇ ਆ। ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਇਸ ਵੇਲੇ ਸਾਰੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਭਗਵੰਤ ਦੇ ਹੱਥ ਕੁਝ ਨਹੀਂ ਹੈਗਾ, ਭਗਵੰਤ ਇੱਕ ਰਬੜ ਦੀ ਸਟੈਂਪ ਬਣ ਕੇ ਬਹਿ ਗਿਆ ਇਸ ਵੇਲੇ? ਦੇਖੋ, ਇਹ ਮੇਰੇ ਕਹਿਣ ਨਾ ਕਹਿਣ ਦਾ ਕੋਈ ਫਰਕ ਨਹੀਂ ਪੈਂਦਾ। ਅੱਜ ਦਾ ਮੀਡੀਆ ਦੇਖ ਲਓ, ਅੱਜ ਦਾ ਮੀਡੀਆ ਦੱਸ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਇੱਕ ਰਬੜ ਸਟੈਂਪ ਬਣ ਕੇ ਰਹਿ ਗਏ ਨੇ, ਕਿ ਜੋ ਵੀ ਚੱਲ ਰਿਹਾ ਹੈ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਜਿੰਨੀ ਟਰਾਂਸਫਰ ਪੋਸਟਿੰਗ ਹੈਗੀਆਂ ਉਹ ਵੀ ਦਿੱਲੀ ਦਰਬਾਰ ਤੋਂ ਹੋ ਰਹੀਆਂ ਨੇ। ਇਹ ਇੱਕ ਸੰਵਿਧਾਨ ਦਾ ਬਹੁਤ ਵੱਡਾ ਘਾਣ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 14 ਤਰੀਕ ਨੂੰ ਜਯੰਤੀ ਹੈ ਤੇ ਉਹਨਾਂ ਨੇ ਸੰਵਿਧਾਨ ਰਚਿਆ ਸਾਰੇ ਦੇਸ਼ ਨੂੰ, ਸਾਰੇ ਲੋਕਾਂ ਨੂੰ ਇੱਕ ਅਧਿਕਾਰ ਦੇਣ ਵਾਸਤੇ। ਉਵੇਂ ਹੀ ਅਸੀਂ ਪੰਜਾਬ ਦੀ ਸੂਬੇ ਦੀ ਲੜਾਈ ਲੜ ਰਹੇ ਹਾਂ, ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ, ਸੂਬੇ ਦੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ। ਤੇ ਇੱਥੇ ਲੋਕਾਂ ਨੇ ਬਦਲਾਵ ਦੇ ਚੱਕਰ 'ਚ ਸੂਬੇ ਦੀ ਲੜਾਈ ਦਿੱਲੀ ਹੱਥ ਫੜਾਤੀ, ਸੂਬੇ ਦੇ ਅਧਿਕਾਰ ਦਿੱਲੀ ਹੱਥ ਫੜਾਤੇ। ਸੋ ਕਥਨੀ ਔਰ ਕਰਨੀ ਦਾ ਫਰਕ ਇੱਥੇ ਹੀ ਹੈ। ਇਹਦਾ ਮਤਲਬ ਜਿਹੜੀ ਪਿੱਛੇ ਬਾਬਾ ਸਾਹਿਬ ਦੀ ਫੋਟੋ ਲਾਈ ਗਈ ਹੈ, ਉਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਕਰਕੇ ਲਾਈ ਗਈ ਹੈ। ਜਦ ਉਹਨਾਂ ਦੇ ਸੰਵਿਧਾਨ ਨੂੰ ਤੋੜ ਕੇ ਤੁਸੀਂ ਦੂਜੇ ਸੂਬੇ ਦੀ ਐਡਮਿਨਿਸਟ੍ਰੇਟਿਵ ਅਧਿਕਾਰਾਂ 'ਚ ਦਖਲਅੰਦਾਜ਼ੀ ਕਰ ਰਹੇ ਹੋ, ਤੁਸੀਂ ਦੂਜੇ ਸੂਬੇ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੇ ਹੋ, ਸਰਕਾਰੀ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੇ ਹੋ, ਤਾਂ ਤੁਹਾਨੂੰ ਫਿਰ ਉਹ ਪਿੱਛੇ ਫੋਟੋ ਲਾਉਣ ਦਾ ਵੀ ਕੋਈ ਅਧਿਕਾਰ ਨਹੀਂ ਹੈ। ਨਹੀਂ, ਅੱਜ ਮਾਨਵਿੰਦਰ ਹੁਣੀ ਕੰਗ ਜਿਹੜੇ ਨੇ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ, ਕਹਿੰਦੇ ਕਿ ਇਦਾਂ ਦੀ ਕੋਈ ਚੱਕਰ ਨਹੀਂ, ਕਹਿੰਦੇ ਉਹ ਸੁਪਰੀਮੋ ਨੇ, ਸਲਾਹ ਮਸ਼ਵਰਾ ਕਰ ਸਕਦੇ ਨੇ ਅਧਿਕਾਰੀ ਨਾਲ, ਕੋਈ ਵੱਡੀ ਗੱਲ ਨਹੀਂ ਹੈਗੀ। ਕੰਗ ਸਾਹਿਬ ਕਹਿੰਦੇ ਕਿ ਇਹ ਤਾਂ ਐਵੇਂ ਜਿਹੜੇ ਵਿਰੋਧੀ ਨੇ ਆਵਾਜ਼ ਚੱਕ ਰਹੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਕੋਈ ਪਾਰਟੀ ਦਾ ਆਗੂ ਹੈਗਾ ਉਹ ਸਲਾਹ ਮਸ਼ਵਰਾ ਕਰਕੇ ਜੇ ਸਲਾਹ ਦਿੰਦਾ, ਜੇ ਪੰਜਾਬ ਦੇ ਭਲੇ ਲਈ ਸਲਾਹ ਦਿੰਦਾ ਤਾਂ ਕੀ ਮਾੜਾ। ਕਹਿੰਦੇ ਅਸੀਂ ਤਾਂ ਇਹ ਕਰਨ ਜਾ ਰਹੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ 300 ਯੂਨਿਟ ਜਿਹੜੀ ਬਿਜਲੀ ਮੁਫਤ ਕਰਨੀ ਉਹਦੀ ਸਕੀਮ ਕੱਢ ਰਹੇ ਹਾਂ। ਦੇਖੋ, ਬੀਜੇਪੀ ਨਾਲ ਕੀ ਲੜਾਈ ਸੀ ਸਾਡੀ? 3 ਕਾਲੇ ਖੇਤੀ ਕਾਨੂੰਨ ਜਿਹੜੇ ਸੀਗੇ, ਕਾਲੇ ਖੇਤੀ ਕਾਨੂੰਨ, ਜਿਸ 'ਚ ਸਾਡੀ 733 ਸ਼ਹੀਦੀਆਂ ਹੋਈਆਂ, ਉਹ ਬੀਜੇਪੀ ਨਾਲ ਅਸੀਂ ਕੀ ਲੜਾਈ ਲੜ ਰਹੇ? ਸੈਂਟਰ ਸਰਕਾਰ ਨਾਲ ਅਸੀਂ ਕੀ ਲੜਾਈ ਲੜਦੇ? ਹਮੇਸ਼ਾ ਸਾਡੇ ਸੂਬੇ ਦੇ ਵੱਧ ਅਧਿਕਾਰਾਂ ਦੀ। ਹੁਣ ਜੇ ਕੰਗ ਸਾਹਿਬ ਇਹ ਕਹਿੰਦੇ ਆ ਕਿ ਸਾਡੇ ਸੂਬੇ ਦੇ ਅਧਿਕਾਰ ਖੇਤਰ ਤੋਂ ਬਾਹਰ ਦੂਜੇ ਸੂਬੇ ਦਾ ਮੁੱਖ ਮੰਤਰੀ ਸਾਡੇ ਸੂਬੇ ਨੂੰ ਚਲਾਊਗਾ, ਤਾਂ ਮੇਰੇ ਹਿਸਾਬ ਨਾਲ ਇਸ ਤੋਂ ਮਾੜੀ ਗੱਲ ਤੇ ਇਸ ਤੋਂ ਜਿਹਨੂੰ ਕਹਿੰਦੇ ਛੋਟੀ ਗੱਲ ਨਹੀਂ ਹੋ ਸਕਦੀ। ਤੇ ਭਰਾ ਮੇਰਾ ਵਕੀਲ ਵੀ ਹੈ ਤੇ ਮੈਨੂੰ ਲੱਗਦਾ ਸੰਵਿਧਾਨ ਦੁਬਾਰਾ ਪੜ੍ਹ ਲੈ ਇੱਕ ਵਾਰੀ, ਦੁਬਾਰਾ ਪੜ੍ਹ ਕੇ ਇੱਕ ਵਾਰੀ ਦੇਖ ਲੈ ਸੰਵਿਧਾਨ ਕੀ ਕਹਿੰਦਾ ਹੈ, ਸੂਬੇ ਦੇ ਅਧਿਕਾਰਾਂ ਵਾਸਤੇ ਸੰਵਿਧਾਨ ਕੀ ਕਹਿੰਦਾ ਹੈ। ਤੇ ਜੇ ਮੈਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਲੋਕਾਂ ਨੂੰ ਕਿ ਇਹ ਦਿੱਲੀ ਦਰਬਾਰ ਤੋਂ ਸਭ ਕੁਝ ਚੱਲਣਾ ਹੈ, ਕਾਂਗਰਸ ਵੀ ਚੱਲਦੀ ਦਿੱਲੀ ਤੋਂ, ਬੀਜੇਪੀ ਵੀ ਚੱਲਦੀ ਹੈ, ਪਰ ਉਹਨਾਂ ਦੇ ਪੋਲੀਟੀਕਲ ਅਫੇਅਰਸ ਦੀ ਇੰਟਰਫੇਰੈਂਸ ਹੁੰਦੀ ਹੈ। ਇੱਥੇ ਤਾਂ ਇਤਿਹਾਸ 'ਚ ਪਹਿਲੀ ਵਾਰੀ ਐਡਮਿਨਿਸਟ੍ਰੇਟਿਵ ਅਫੇਅਰ ਜਿਹੜੇ ਹੈ ਉਹ ਦੂਜੇ ਸੂਬੇ ਤੋਂ ਚੱਲ ਰਹੇ ਨੇ। ਤਾਂ ਜੇ ਇਹ
ਸੰਵਿਧਾਨਿਕ ਅਧਿਕਾਰਾਂ ਦਾ ਹਨਨ ਨਹੀਂ ਮੰਨਦੀ ਆਮ ਆਦਮੀ ਪਾਰਟੀ ਇਸ ਨੂੰ, ਤਾਂ ਮੇਰੇ ਹਿਸਾਬ ਨਾਲ ਤਾਂ ਫਿਰ ਇਸ ਤੋਂ ਮਾੜੀ ਸੋਚ ਬਿਲਕੁਲ ਨਹੀਂ ਹੋ ਸਕਦੀ। ਤੁਸੀਂ ਜ਼ਿਕਰ ਕਰਦੇ ਕਰਦੇ ਇੱਕ ਗੱਲ ਦਾ ਜ਼ਿਕਰ ਕਰਤਾ, ਮੈਨੂੰ ਹੁਣ ਲੱਗਦਾ ਕਿ ਉਸ ਗੱਲ ਦਾ ਵੀ ਆਪਾਂ ਇੱਥੇ ਥੋੜੀ ਜਿਹੀ ਸਾਂਝ ਪਾਉਂਦੇ ਚੱਲੀਏ ਕਿ ਕਿਸਾਨ ਅੰਦੋਲਨ ਦੇ ਦੌਰਾਨ 750 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਗਈਆਂ, ਤੇ ਬੜੀ ਹੈਰਾਨੀ ਹੈ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ ਜੰਗ ਲੜ ਰਹੇ ਸੀ ਅਸੀਂ, ਉਹਨਾਂ ਦੇ ਜਿਹੜੇ ਪੰਜਾਬ ਦੇ ਵਿੱਚ ਮੋਗੇ ਵਾਲੇ ਪਾਸੇ ਸੈਲੋ ਬਣੇ ਹੋਏ ਨੇ, ਲੰਬੀਆਂ ਕਤਾਰਾਂ ਦੇ ਵਿੱਚ ਕਿਸਾਨ ਕੂਚ ਕਰ ਚੁੱਕੇ ਨੇ ਇਸ ਵੇਲੇ ਆਪਣੀਆਂ ਟਰਾਲੀਆਂ ਦੇ ਵਿੱਚ ਕਣਕ ਦੀ ਲਿਫਟਿੰਗ ਕਰਕੇ ਭਰਾ ਕੇ। ਲੱਗਦਾ ਕਿ ਚਿੰਤਾ ਦੀ ਗੱਲ ਜਦੋਂ ਉਹਨਾਂ ਨੂੰ ਸਵਾਲ ਕੀਤੇ ਜਾਂਦੇ ਨੇ ਕਹਿੰਦੇ ਕਿ ਮਜਬੂਰੀ ਹੈ ਸਾਡੀ। ਦੇਖੋ, ਇਹ ਤਾਂ ਸਭ ਤੋਂ ਵੱਡਾ ਸਵਾਲ ਸਰਕਾਰ ਤੇ ਹੈ ਨਾ। ਸਰਕਾਰ ਨੇ ਉਹਨਾਂ ਨੂੰ ਕਿਉਂ ਮਜਬੂਰ ਕੀਤਾ ਸਾਈਲੋ ਤੱਕ ਜਾਣ ਵਾਸਤੇ? ਵੈਸੇ ਵੀ ਕਣਕ ਦਾ ਝਾੜ ਘੱਟ ਹੋਇਆ ਤੇ ਸਰਕਾਰ ਨੂੰ ਤਾਂ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਹਰੇਕ ਡੀਸੀ ਦਫ਼ਤਰ 'ਚ ਮੁੱਖ ਮੰਤਰੀ ਦਫ਼ਤਰ ਖੋਲ੍ਹਤਿਆ, ਤੇ ਉਹ ਹੁਣ ਹਰੇਕ ਡੀਸੀ ਦਫ਼ਤਰ 'ਚ ਖੁੱਲ੍ਹਿਆ ਮੁੱਖ ਮੰਤਰੀ ਦਫ਼ਤਰ ਘੱਟ ਝਾੜ ਕਰਕੇ ਮੁਆਵਜ਼ਾ ਦੇਵੇ, ਮੰਡੀਆਂ 'ਚ ਟਾਈਮ ਸਿਰ ਕਣਕ ਚੱਕੇ। ਉਹ ਤੋਂ ਬਾਅਦ ਸਾਰੀ ਡਿਊਟੀ ਇਹ ਸਰਕਾਰ ਦੀ ਬਣਦੀ ਹੈ। ਕੀ ਅਸੀਂ ਮੰਨ ਲਈਏ ਹੁਣ ਕਿ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਜੋ ਦਿੱਲੀੋਂ ਚੱਲ ਰਹੀ ਹੈ, ਅਡਾਨੀ ਚਲਾਉਣ ਲੱਗ ਗਏ? ਤਾਂ ਹੀ ਅਡਾਨੀਆਂ ਦੇ ਸਾਈਲੋ 'ਚ ਸਾਡੇ ਕਿਸਾਨ ਮਜਬੂਰ ਹੋ ਗਏ ਆਪਣਾ ਮਾਲ ਵੇਚਣ ਵਾਸਤੇ। ਬੜੀ ਚਿੰਤਾ ਦੀ ਗੱਲ ਹੈ। ਇੱਧਰੋਂ ਹਰਜੀਤ ਗਰੇਵਾਲ ਹੋਰਾਂ ਦਾ ਵੀ ਬਿਆਨ ਆਇਆ, ਕਹਿੰਦੇ ਕਿ ਜਿਸ ਤਰੀਕੇ ਦੇ ਹਾਲਾਤ ਨੇ, ਖੇਤੀ ਕਾਨੂੰਨ ਜਿਹੜੇ ਸੀਗੇ ਜਿਨ੍ਹਾਂ ਦੀ ਚਰਚਾ ਚੱਲ ਰਹੀ ਸੀ ਉਹ ਦੁਬਾਰਾ ਆਉਣਗੇ, ਪਰ ਕਿਸਾਨਾਂ ਦੀ ਸਲਾਹ ਨਾਲ ਆਉਣਗੇ, ਪਰ ਆਉਣਗੇ ਜ਼ਰੂਰ ਕਿਉਂਕਿ ਲੋੜ ਹੈਗੀ ਇਸ ਵੇਲੇ। ਦੇਖੋ, ਹੁਣ ਬੀਜੇਪੀ ਦੀ ਮੈਜੋਰਟੀ ਹੈਗੀ ਹੈ, ਤੇ ਮੈਂ ਤਾਂ ਕਹੂੰਗਾ ਕਿ ਜੇ ਬੀਜੇਪੀ ਦੁਬਾਰਾ ਖੇਤੀ ਕਾਨੂੰਨ ਲਿਆਉਣ ਨੂੰ ਤਿਆਰ ਹੈ ਤਾਂ ਅਸੀਂ ਵੀ ਦੁਬਾਰਾ ਅੰਦੋਲਨ 'ਚ ਆਉਣ ਨੂੰ ਤਿਆਰ ਹੈ। ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਮੂਹਰੇ ਲੱਗਣ। ਅਸੀਂ ਫੇਰ ਮੁੜ ਕੇ ਪੰਜਾਬ ਅੰਦੋਲਨ ਸਿਰਜਣ ਵਾਸਤੇ ਤਿਆਰ ਖੜਾ ਹੈ, ਤੇ ਕੋਈ ਨਹੀਂ, ਪਹਿਲਾਂ ਵੀ ਉਹਨਾਂ ਨੇ ਦੇਖਿਆ ਆਪਣਾ ਜ਼ੋਰ ਮਾਰ ਕੇ, ਤੇ ਸਾਡਾ ਜ਼ੋਰ ਵੀ ਦੇਖਿਆ, ਤੇ ਅਸੀਂ ਵੀ ਤਿਆਰ ਹੈ। ਬੜੀ ਚਿੰਤਾ ਦੀ ਗੱਲ ਹੈ, ਉਸ ਵੇਲੇ ਜ਼ੋਰ ਕਿਸੇ ਹੋਰ ਤਰੀਕੇ ਨਾਲ ਲੱਗਿਆ, ਪਰ ਤੁਸੀਂ ਹੁਣ ਕਿਸ ਤਰੀਕੇ ਨਾਲ ਜ਼ੋਰ ਮਾਰੋਗੇ? ਕਿਉਂਕਿ ਪੰਜਾਬ ਦੀ ਅਸੀਂ ਗੱਲ ਕਰੀਏ, ਹਾਲਾਂਕਿ ਬੇਸ਼ੱਕ ਰਿਕੇਸ਼ ਟਕੈਤ ਆਪਣੇ ਵੱਲੋਂ ਬਿਆਨ ਦੇ ਰਹੇ ਨੇ ਕਿ ਅੰਦੋਲਨ ਲਈ ਦੁਬਾਰਾ ਤਿਆਰ ਰਹੋ, ਕਿਸੇ ਵੇਲੇ ਵੀ ਤਿਆਰ ਹੋਣਾ ਪੈ ਸਕਦਾ, ਕਿਉਂਕਿ ਕੇਂਦਰ ਨੇ ਜਿਹੜੀਆਂ ਸ਼ਰਤਾਂ ਕਹੀਆਂ ਸੀਗੀਆਂ, ਜਿਨ੍ਹਾਂ ਦੀ ਗੱਲ ਚੱਲੀ ਸੀ, ਜਿਹੜੀਆਂ ਡਿਮਾਂਡਾਂ ਮੰਗਣ ਦੀ ਗੱਲ ਕਹੀ ਗਈ ਸੀ, ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ। ਬਹੁਤ ਸਾਰੇ ਲੋਕਾਂ ਦੇ ਪਰਚੇ ਦਰਜ ਨੇ, ਹਾਲੇ ਤੱਕ ਬਹੁਤ ਸਾਰੀਆਂ ਚੀਜ਼ਾਂ ਹਾਲੇ ਵੀ ਪੈਂਡਿੰਗ ਪਈਆਂ ਨੇ, MSP ਤੇ ਹਾਲੇ ਤੱਕ ਕਾਰਵਾਈ ਨਹੀਂ ਹੋਈ। ਤਾਂ ਜਿਸ ਤਰੀਕੇ ਨਾਲ ਸੂਬੇ ਦੀ ਅਸੀਂ ਗੱਲ ਕਰ ਲਈਏ, ਤੁਹਾਨੂੰ ਜਥੇਬੰਦੀਆਂ ਛੱਡ ਕੇ ਜਾ ਰਹੀਆਂ ਨੇ। ਸੰਯੁਕਤ ਸਮਾਜ ਮੋਰਚਾ ਇੱਕ ਪਾਸੇ ਕਹਿੰਦਾ ਕਿ ਅਸੀਂ ਆਪਣਾ ਢਾਂਚਾ ਤਿਆਰ ਕਰ ਰਹੇ, ਤੇ ਦੂਜੇ ਪਾਸੇ 16 ਜਥੇਬੰਦੀਆਂ ਦੀ ਹਾਲ ਹੀ ਦੇ ਵਿੱਚ ਖਬਰ ਆਈ ਕਿ ਛੱਡ ਕੇ ਚਲ ਗਈਆਂ। ਕਿਸ ਤਰੀਕੇ ਨਾਲ ਅਗਲੀ ਜੰਗ ਲੜਨੀ ਹੈ? ਕਿਉਂਕਿ ਬੀਜੇਪੀ ਦੇ ਆਗੂ ਤਾਂ ਸ਼ਰੇਆਮ ਕਹਿੰਦੇ ਨੇ ਹੁਣ ਕਿ ਹੁਣ ਨਹੀਂ ਉਹਨੇ ਬੰਦੇ ਇਕੱਠੇ ਹੋਣੇ, ਹੁਣ ਤਾਂ ਜੋ ਮਰਜ਼ੀ ਕਰ ਲਓ। ਦੇਖੋ, ਪਹਿਲਾਂ ਤਾਂ ਸੰਯੁਕਤ ਸਮਾਜ ਮੋਰਚਾ ਇੱਕ ਪੋਲੀਟੀਕਲ ਆਊਟਫਿਟ ਹੈ। ਇਹ ਕੋਈ ਕਿਸਾਨ ਮੂਵਮੈਂਟ ਤੋਂ ਨਿਕਲੀ ਹੋਈ ਪਾਰਟੀ ਜ਼ਰੂਰ ਹੈ, ਬਟ ਪੋਲੀਟੀਕਲ ਆਊਟਫਿਟ ਹੈ, ਕੋਈ ਇਹ SKM ਦਾ ਪਾਰਟ ਨਹੀਂ ਹੈਗੀ। ਨੰਬਰ 1। ਨੰਬਰ 2, ਜਿਹੜੀ ਜਥੇਬੰਦੀਆਂ ਛੱਡ ਕੇ ਗਈਆਂ, ਮੇਰੇ ਖਿਆਲ ਪਿਛਲੇ ਹਫ਼ਤੇ ਤੋਂ ਪਹਿਲਾਂ ਤੋਂ 9 ਜਥੇਬੰਦੀਆਂ ਬਾਰ-ਬਾਰ ਬਿਆਨ ਦੇ ਰਹੀਆਂ, ਅਸੀਂ ਅਲੱਗ ਹੈ ਜੀ, ਅਸੀਂ ਇੰਡੀਵਿਜੂਅਲ ਨਿਊਟਰਲ ਹੈ ਜੀ ਅਸੀਂ, ਤੇ ਉਹ 22 ਜਥੇਬੰਦੀਆਂ ਤੋਂ ਹੀ, ਤੇ ਹੁਣ ਫੇਰ ਅੱਜ ਬਿਆਨ ਆਇਆ ਅਖਬਾਰਾਂ ਵਿੱਚ 16 ਜਥੇਬੰਦੀਆਂ ਛੱਡ ਚੁੱਕੀਆਂ ਨੇ। ਇਹ ਦੇਖੋ, ਸਾਡੇ ਭਰਾ ਨੇ, ਸਾਡੇ ਆਪਣੇ ਨੇ। 22 ਜਥੇਬੰਦੀਆਂ ਨੇ ਮਿਲ ਕੇ ਰਾਜਪਾਲ ਸਾਹਿਬ ਨੂੰ ਮੁੱਖ ਮੰਤਰੀ ਚਿਹਰਾ ਅਨਾਊਂਸ ਕੀਤਾ, ਸਾਰੇ ਕੈਂਡੀਡੇਟ ਮੈਦਾਨ 'ਚ ਉਤਾਰੇ। ਉਹ ਜਥੇਬੰਦੀਆਂ ਨੇ 5-6 ਕੈਂਡੀਡੇਟ ਆਪਣੇ ਦਿੱਤੇ, ਮੈਦਾਨ 'ਚ ਉਤਾਰੇ, ਪਰ ਉਹ ਜਥੇਬੰਦੀਆਂ ਤਾਂ SSM ਨੂੰ ਚੱਲਦੇ ਇਲੈਕਸ਼ਨ ਛੱਡ ਗਈ ਸੀਗੀਆਂ। ਇਹ ਤਾਂ ਹੁਣ ਆਫੀਸ਼ੀਅਲ ਅਨਾਊਂਸਮੈਂਟ ਹੋਈ ਹੈ, ਅਨਆਫੀਸ਼ੀਅਲੀ ਤਾਂ ਉਹ ਚੱਲਦੇ ਇਲੈਕਸ਼ਨ 'ਚ ਸਾਇਲੈਂਟ ਹੋ ਗਈਆਂ ਸੀਗੀਆਂ। ਸਾਡੇ ਕਿਸੇ ਕੈਂਡੀਡੇਟ ਨੂੰ ਜਥੇਬੰਦੀਆਂ ਨੇ ਸਪੋਰਟ ਨਹੀਂ ਕੀਤਾ। ਈਵਨ ਕਿ ਇੱਕ ਜਥੇਬੰਦੀ ਨੇ ਤਾਂ ਚੱਲਦੇ ਇਲੈਕਸ਼ਨ ਤੋਂ 4 ਦਿਨ ਪਹਿਲਾਂ ਆਪਣਾ ਮਾਨਸਾ ਤੋਂ ਕੈਂਡੀਡੇਟ ਵਿਡਰਾਅ ਕਰ ਲਿਆ। ਸੋ ਫਿਰ ਵੀ ਸਾਡੇ ਆਪਣੇ ਨੇ, ਸਾਡੇ ਭਰਾ ਨੇ, ਉਹਨਾਂ ਦੀ ਮਰਜ਼ੀ। ਉਲਟਾ ਮੈਂ ਧੰਨਵਾਦ ਕਰੂੰਗਾ ਉਹਨਾਂ ਦਾ, ਕਿਉਂਕਿ ਲੋਕਾਂ ਨੂੰ ਪਰਸੈਪਸ਼ਨ ਤਿਆਰ ਸੀਗੀ ਵੀ ਸੰਯੁਕਤ ਸਮਾਜ ਮੋਰਚਾ ਸਿਰਫ ਕਿਸਾਨਾਂ ਦੀ ਪਾਰਟੀ ਹੈ, ਤੇ ਇਹ ਹੁਣ ਉਹਨਾਂ ਨੇ ਉਹ ਪਰਸੈਪਸ਼ਨ ਤੋੜਤੀ ਵੀ ਨਹੀਂ, ਕਿਸਾਨਾਂ ਦੀ ਨਹੀਂ, ਸਾਰੇ ਸਮਾਜ ਦੀ ਪਾਰਟੀ ਹੈ। ਕਿਸਾਨ ਜਥੇਬੰਦੀਆਂ ਹੁਣ ਸੰਯੁਕਤ ਸਮਾਜ ਮੋਰਚਾ ਛੱਡ ਚੁੱਕੀਆਂ ਨੇ। ਇਹਦਾ ਮਤਲਬ ਪੂਰੇ ਸਮਾਜ ਦੀ ਪਾਰਟੀ, ਸਮਾਜ ਦਾ ਹਰ ਵਰਗ ਜਿਹੜਾ ਇਸ ਪਾਰਟੀ ਦਾ ਹਿੱਸਾ ਬਣਨ ਨੂੰ ਤਿਆਰ ਹੋਏਗਾ ਅੱਗੇ। ਅਖੀਰ ਤੇ ਜਿਸ ਤਰੀਕੇ ਨਾਲ ਤੁਸੀਂ ਸੰਯੁਕਤ ਸਮਾਜ ਮੋਰਚੇ ਦੀ ਗੱਲ ਕਰ ਰਹੇ ਹੋ, ਕਿੰਨਾ ਕੁ ਢਾਂਚਾ ਤਿਆਰ ਹੋ ਗਿਆ? ਅਗਲੀਆਂ ਗਤੀਵਿਧੀਆਂ ਕੀ ਕਰਨ ਜਾ ਰਹੇ ਹੋ? ਦੇਖੋ, ਹਜੇ ਪਿਛਲੇ ਹਫ਼ਤੇ ਜਨਰਲ ਹਾਊਸ ਦੀ ਮੀਟਿੰਗ ਹੋਈ ਸੀਗੀ। ਜਨਰਲ ਹਾਊਸ ਦੀ ਮੀਟਿੰਗ 'ਚ 82 ਸਾਡੇ ਕੈਂਡੀਡੇਟ ਸੀਗੇ, ਤੇ ਮੋਰਚੇ ਲੀਡਰਸ਼ਿਪ ਸੀਗੀ, ਤੇ ਉਹਨਾਂ ਨੇ 11 ਮੈਂਬਰੀ ਕੋਰ ਕਮੇਟੀ ਦਾ ਅਨਾਊਂਸ ਕੀਤੀ ਹੈ, ਤੇ ਮੈਂ ਵੀ ਉਸ ਮੈਂਬਰ ਕਮੇਟੀ ਦਾ ਮੈਂਬਰ ਹੈ। ਤੇ ਹੁਣ 15 ਨੂੰ ਅਸੀਂ ਕੋਰ ਕਮੇਟੀ ਦੀ ਮੀਟਿੰਗ ਰੱਖੀ ਹੈ, ਤੇ ਉਸ 'ਚ ਅਗਲਾ ਸਟ੍ਰੈਟਜੀ ਤਿਆਰ ਕਰਨੀ ਹੈ। ਆਉਣ ਵਾਲੇ 2 ਮਹੀਨਿਆਂ 'ਚ ਸਾਡੀ ਵਰਕਿੰਗ ਕਮੇਟੀ, ਜ਼ਿਲ੍ਹਾ ਪੱਧਰੀ ਕਮੇਟੀਆਂ ਤਿਆਰ ਹੋ ਜਾਣਗੀਆਂ, ਤੇ ਹੋਪਫੁਲੀ 3 ਕੁ ਮਹੀਨਿਆਂ 'ਚ ਅਸੀਂ ਪੂਰਾ ਢਾਂਚਾ ਤਿਆਰ ਕਰਕੇ ਤੇ ਤੁਹਾਨੂੰ ਗਰਾਊਂਡ 'ਤੇ ਨਜ਼ਰ ਆਉਣਾ ਸ਼ੁਰੂ ਹੋ ਜਾਵਾਂਗੇ। ਵਾਲੀ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੋਲੀਟੀਕਲ ਆਊਟਫਿਟ ਹੈਗੇ ਆ, ਤੁਹਾਡੇ ਨਾਲ ਉਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਣ। ਇਸ ਵੇਲੇ ਕਾਂਗਰਸ ਦੇ ਦਰਮਿਆਨ ਬੜੀਆਂ ਕਸ਼ਮਕਸ਼ ਸੀਗੀਆਂ। ਪ੍ਰਧਾਨ ਅਗਲਾ ਨੇ ਐਲਾਨ ਦਿੱਤਾ ਆਪਣਾ, ਚੁਣੌਤੀ ਰਹਿਣ ਵਾਲੀ ਹੈ, ਰਾਜਾ ਵੜਿੰਗ ਨੂੰ ਪ੍ਰਧਾਨ ਲਾਤਾ, ਨਵਜੋਤ ਸਿੰਘ ਸਿੱਧੂ ਸਾਈਡ ਤੇ ਕਰ ਦਿੱਤੇ। ਦੇਖੋ, ਪੁਰਾਣੀ ਪਾਰਟੀਆਂ ਨੇ ਉਹ, ਇਸ 'ਚ ਕੋਈ ਦੋ ਰਾਏ ਨਹੀਂ ਹੈ, ਤੇ ਪਰ ਜਿਵੇਂ ਲੋਕਾਂ ਨੇ ਇਸ ਵਾਰੀ ਬਦਲਾਵ ਦੀ ਹਨੇਰੀ ਲਿਆਂਦੀ, ਬੜੇ ਬੜੇ ਬੋਰਡ ਹਲਾਤੇ,
ਤੇ 6 ਮਹੀਨਿਆਂ 'ਚ ਜਿਵੇਂ ਹੁਣ ਸਰਕਾਰ ਦਿੱਲੀ ਦਰਬਾਰ ਤੋਂ ਚੱਲ ਰਹੀ ਹੈ ਤੇ ਲੋਕਾਂ 'ਚ ਹੁਣ ਗੱਲਾਂ ਹੋਣੀ ਸ਼ੁਰੂ ਹੋ ਗਈਆਂ। ਸਾਨੂੰ ਵੀ ਸਾਡੇ ਕੈਂਡੀਡੇਟਸ ਤੋਂ ਫੀਡਬੈਕ ਮਿਲ ਰਿਹਾ ਹੈ ਕਿ ਲੋਕ ਹੁਣ ਇਹ ਸੋਚਣ ਲੱਗ ਗਏ ਨੇ ਵੀ ਸ਼ਾਇਦ ਅਸੀਂ ਗਲਤੀ ਕਰ ਲਈ। ਅਸੀਂ ਜਿਹੜੇ ਬਦਲਾਵ ਦੀ ਗੱਲ ਕੀਤੀ, ਜਿਵੇਂ 5 ਰਾਜ ਸਭਾ ਸੀਟਾਂ ਸਾਰੇ ਦਿੱਲੀ ਵਾਲੇ, ਉਹ ਤੋਂ ਬਾਅਦ ਆ ਹੁਣ ਜਿਹੜੀ ਨਵੀਂ ਖਬਰ ਆਈ ਚੀਫ ਸੈਕਟਰੀ ਵਾਲੀ, ਤੇ ਮੈਨੂੰ ਤੁਹਾਨੂੰ ਦੱਸਿਆ ਸ਼ਾਇਦ ਪੋਸਟਿੰਗ ਟ੍ਰਾਂਸਫਰ ਵੀ ਉੱਥੇ ਹੀ ਹੋ ਰਹੀਆਂ ਨੇ। ਅੰਦਰਲੀ ਖਬਰਾਂ ਤਾਂ ਹੋਰ ਬਹੁਤ ਨੇ, ਬਾਕੀ ਮੌਕਾ ਆਉਣ 'ਤੇ ਦੱਸਾਂਗੇ। ਹਲੇ ਸਰਕਾਰ ਨੂੰ ਟਾਈਮ ਦੇਈਏ ਆਪਾਂ, ਤੇ ਕੁਝ ਵੀਡੀਓਜ਼ ਵੀ ਸਾਡੇ ਕੋਲ ਐਸੀਆਂ ਆਈਆਂ ਨੇ, ਪੁੱਛਣਾ ਤੁਸੀਂ, ਉਹ ਵੀ ਦੱਸਾਂਗੇ, ਟਾਈਮ ਕਰਾਂਗੇ। ਹਲੇ ਅਸੀਂ ਆਪਣੇ ਆਰਗੇਨਾਈਜੇਸ਼ਨ ਸਟਰਕਚਰ ਬਣਾਉਣ 'ਚ ਬਿਜ਼ੀ ਨੇ, ਉਹ ਤੋਂ ਬਾਅਦ ਕਰਾਂਗੇ ਜਦ ਤੱਕ ਟਾਈਮ ਵੀ ਮਿਲ ਜਾਏਗਾ ਸਰਕਾਰ ਨੂੰ। ਤੇ ਇਸ ਕਰਕੇ ਵੀ ਉਹ ਕੋਈ ਵੱਡੀ ਗੱਲ ਨਹੀਂ ਹੈ ਵੀ ਬਦਲਾਵ ਸ਼ਾਇਦ ਫੇਰ ਆ ਜੇ 6 ਮਹੀਨਿਆਂ ਬਾਅਦ, ਉਹਦਾ ਇੰਤਜ਼ਾਰ ਕਰ ਰਹੇ ਹਾਂ। ਸੋ ਸਨ ਸਤਵੀਰ ਵਾਲੀਆ तमाम ਮਸਲੇ ਤੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰਕਾਰ ਕਿਸ ਤਰੀਕੇ ਦੇ ਇਲਜ਼ਾਮ ਜਿਹੜੇ ਨੇ ਇਹ ਲਗਾ ਰਹੇ ਨੇ। ਸਾਫ਼ ਤੌਰ ਤੇ ਕਹਿੰਦੇ ਨੇ ਕਿ ਜੇ ਲੋਕਾਂ ਦੇ ਉੱਪਰ ਤੈਅ ਹੋ ਰਿਹਾ ਕਿ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਹੋ ਸਕਦੀਆਂ, ਜਿਹੜੇ ਲੋਕ ਸਰਕਾਰੀ ਮਹਿਕਮਿਆਂ 'ਚ ਕੰਮ ਕਰ ਰਹੇ ਨੇ ਜਾਂ ਭ੍ਰਿਸ਼ਟਾਚਾਰ ਕਰਨ ਦੇ ਵਿੱਚ ਕਿੰਨਿਆਂ ਦੀ ਸ਼ਮੂਲੀਅਤ ਹੈਗੀ, ਤਾਂ ਭ੍ਰਿਸ਼ਟਾਚਾਰ ਇਹ ਨਹੀਂ ਕਿ ਮੰਤਰੀ ਨਹੀਂ ਕਰ ਸਕਦੇ, ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ। ਤੇ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਪਾਲ ਜਿਹੜੀ ਸ਼ਿਕਾਇਤ ਜਿਹੜੀ ਕਰ ਸਕਦੇ ਨੇ, ਤਾਂ ਉਹਦੇ ਵਿੱਚ ਜਿਹੜੀ ਇੱਕ ਸਿੱਧੇ ਤੌਰ ਤੇ ਇੱਕ ਫੀਸ ਰੱਖੀ ਗਈ ਹੈ 1000 ਰੁਪਇਆ, ਉਹ ਵੀ ਮਾਫ ਕਰ ਦਿੱਤੀ ਜਾਵੇ ਤਾਂ ਜੋ ਉਧਰਲੇ ਪਾਸੇ ਨੂੰ ਸੁਖਾਲਾ ਕੰਮ ਹੋ ਸਕੇ। ਤੇ ਨਾਲ ਦੀ ਨਾਲ ਆਪਣੇ ਤੌਰ ਤੇ ਕਹਿੰਦੇ ਨੇ ਕਿ SKM ਦੀਆਂ ਜਿਹੜੀਆਂ ਚਰਚਾਵਾਂ ਜਿਸ ਤਰੀਕੇ ਨਾਲ ਚੱਲਦੀਆਂ ਸੀ ਉਹ ਚੱਲਦੀਆਂ ਰਹਿਣਗੀਆਂ, ਪਰ ਨਾਲ ਦੀ ਨਾਲ ਸੰਯੁਕਤ ਸਮਾਜ ਮੋਰਚਾ ਜਿਹੜਾ ਹੈਗਾ, ਉਹ ਪੋਲੀਟੀਕਲ ਆਊਟਫਿਟ ਹੈਗਾ, ਉਹ ਆਪਣੇ ਹਿਸਾਬ ਨਾਲ ਅੱਗੇ ਵਧੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਅੰਜਾਮ ਦੇਵੇਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਫਿਲਹਾਲ ਇੱਥੇ ਤੁਹਾਡੇ ਤੋਂ ਅਗਲੇ ਲੈਂਦੇ ਹਾਂ ਸਹਿਯੋਗੀ ਸੁਨੀਲ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟਸਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।